श्री वाहिगुरु साहिब जी। श्लोक गान काले सब दिवस सास, नह बडन घटन तिल सार। जीवन लो रह परम मोह, नानक तेउ गवार। गान काले सब दिवस सास। शब्द ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਗਰੀਬ ਨਿਵਾਜ ਦੀਨ ਦੁਨੀਆ ਦੇ ਵਾਲੀ ਲੋਕ ਔਰ ਪਰਲੋਕ ਦੇ ਸਹਾਇਕ ਪਤਿਤ ਪਾਵਨ ਭਗਤ ਵਛਲ ਗੁਰਬਾਣੀ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੀ ਜਗਦੀ ਹੋਈ ਪਾਵਨ ਔਰ ਪਵਿੱਤਰ ਪਾਕ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਸਤਿਗੁਰੂ ਪਿਤਾ ਗੁਰਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤਖਤ ਸਾਹਿਬ ਤੇ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰੋ। ਮੁਬਾਰਕ ਰਸਨਾ ਤੋਂ ਬੜੇ ਹੀ ਪ੍ਰੇਮ ਔਰ ਸਨਮਾਨ ਸਤਿਕਾਰ ਦੇ ਸਹਿਤ ਆਪ ਸਮੂਹ ਗੁਰੂ ਕੀ ਸੰਗਤ ਸ਼ਰਧਾ ਭਾਵਨਾ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਮਹਾਨ ਦਇਆ ਰਹਿਮਤ ਹੋ ਰਹੀ ਹੈ। ਜਿਸ ਰਹਿਮਤ ਔਰ ਬਖਸ਼ਿਸ਼ ਦਾ ਸਦਕਾ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਤਖਤ ਸਾਹਿਬ ਤੇ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹੋਏ ਹਨ। ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਆਸਾ ਜੀ ਕੀ ਵਾਰ ਦੀ ਗੁਰਬਾਣੀ ਦੇ ਰਸ ਭੰਨੜੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਹਾਜ਼ਰੀ ਭਰ ਕੇ ਸੁਣੇ ਹਨ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਪਾਵਨ ਗੁਰਬਾਣੀ ਦੀ ਮਹਾਨ ਉੱਚੀ ਸੁੱਚੀ ਪਵਿੱਤਰ ਵਡਿਆਈ ਦੇ ਅੰਦਰ ਮਹਾਰਾਜ ਜੀ ਦੀ ਚੱਲ ਰਹੀ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਕਰ ਕਮਲਾਂ ਤੋਂ ਵਰ ਵਸਾਈ ਹੋਈ ਦਮਦਮੀ ਟਕਸਾਲ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ, ਆਪ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਉਪਰਾਲਾ ਕਰਕੇ ਵਿਸ਼ੇਸ਼ 7 ਰੋਜ਼ਾ ਗੁਰਮਤਿ ਸਮਾਗਮ ਸਜਾ ਕੇ ਸਥਾਪਨਾ ਦਿਵਸ ਔਰ ਸੰਪੂਰਨਤਾ ਦਿਵਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਪਿਛਲੇ ਦਿਨਾਂ ਤੋਂ ਆਪ ਜੀ ਗੁਰੂ ਘਰ ਦੇ ਦਮਦਮੇ ਟਕਸਾਲ ਦੇ ਰਾਗੀ ਸਿੰਘਾਂ ਤੋਂ ਕੀਰਤਨ, ਗਿਆਨੀ ਸਿੰਘਾਂ ਤੋਂ ਆਪ ਜੀ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਨੂੰ ਸੁਣ ਕੇ ਹਾਜ਼ਰੀਆਂ ਭਰ ਕੇ ਨਿਹਾਲ ਹੋ ਰਹੇ ਹੋ। ਆਓ ਮਨ ਚਿਤ ਬਿਰਤੀ ਦੀ ਇਕਾਗਰਤਾ ਬਣਾਈਏ, ਉਸ ਅਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਦੇ ਅੰਦਰ ਔਰ ਸਾਨੂੰ ਜੀਵਨ ਦੀ ਸੇਧ ਦਿੰਦਿਆਂ ਹੋਇਆ ਮਹਾਰਾਜ ਨੇ ਜੋ ਪਾਵਨ ਬਚਨ ਬਾਣੀ ਵਿੱਚ ਉਚਾਰਨ ਕੀਤੇ ਹਨ, ਗੁਰਬਾਣੀ ਦਾ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਬਹੁਤ ਪਾਕ ਔਰ ਪਵਿੱਤਰ ਹੈ। ਇੱਕ ਇੱਕ ਸ਼ਬਦ ਅੱਖਰ ਜੇ ਕਿਸੇ ਗੁਰਸਿੱਖ ਮਾਈ ਭਾਈ ਤੇ ਸਤਿਗੁਰਾਂ ਦੀ ਦਇਆ ਵਰਤੇ ਔਰ ਉਸ ਦੇ ਹਿਰਦੇ ਵਿੱਚ ਵਸ ਜਾਵੇ ਤਾਂ ਮਹਾਰਾਜ ਦੇ ਪਾਵਨ ਬਚਨ ਹਨ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਗੁਰਬਾਣੀ ਦੇ ਅੱਖਰ ਦਾ, ਕਿਨਕਾ ਹੀ ਸ਼ਬਦ ਦਾ, ਕਿਨਕਾ ਹੀ ਕਿਸੇ ਗੁਰਸਿੱਖ ਦੇ ਹਿਰਦੇ ਵਿੱਚ ਵਸ ਜਾਵੇ ਤਾਂ ਉਸ ਦੀ ਵਡਿਆਈ ਵੱਡੀ ਹੋ ਜਾਂਦੀ ਹੈ, ਮਹਾਨ ਹੋ ਜਾਂਦਾ ਸੰਸਾਰ ਦੇ ਅੰਦਰ। ਉਸ ਦੀ ਮਹਾਨਤਾ ਨੂੰ, ਉਸ ਦੀ ਵਡਿਆਈ ਨੂੰ, ਉਸ ਦੀ ਉਪਮਾ ਨੂੰ ਮਹਾਰਾਜ ਕਹਿੰਦੇ ਕਿਸੇ ਵੀ ਸ਼ਬਦ ਵਿੱਚ ਗਿਣਿਆ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਐਸੇ ਪਾਕ ਸ਼ਬਦਾਂ ਦੀ, ਪਵਿੱਤਰ ਬਚਨਾਂ ਦੀ, ਮਹਾਨ ਗੁਰਬਾਣੀ ਦੀ ਕਥਾ ਸੁਣਨ ਦਾ ਸੁਭਾਗ, ਕਥਾ ਵਿਚਾਰਨ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬਹੁਤ ਉੱਤਮ ਭਾਗ ਹੋਣ ਤਾਂ ਜਾ ਕੇ ਗੁਰੂ ਘਰ ਗੁਰਦੁਆਰਾ ਸਾਹਿਬ ਹਾਜ਼ਰੀ ਭਰੀ ਜਾਂਦੀ ਹੈ ਔਰ ਬਹੁਤ ਵਿਸ਼ੇਸ਼ ਉੱਤਮ ਭਾਗ ਹੋਣ ਤਾਂ ਜਾ ਕੇ ਸਤਿਗੁਰੂ ਜੀ ਦੇ ਤਖਤ ਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਕੀਰਤਨ ਸੁਣਨ ਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਵੱਡੇ ਭਾਗ ਜਾਣੀਏ ਆਪਾਂ ਆਪਣੇ ਸਾਰਿਆਂ ਦੇ, ਜਿਨ੍ਹਾਂ ਤੇ ਮਹਾਰਾਜ ਨੇ ਇਹ ਤਰਸ ਕੀਤਾ ਹੈ, ਇਹ ਦਇਆ ਕੀਤੀ ਹੈ। ਆਪਣੇ ਚਰਨ ਕਮਲਾਂ ਅੰਦਰ ਆਪਣੇ ਤਖਤ ਸਾਹਿਬ ਤੇ ਸੱਜ ਕੇ ਸਤਿਗੁਰੂ ਇਹ ਸਾਡੀ ਗਰੀਬਾਂ ਦੀ ਹਾਜ਼ਰੀ ਮਹਾਰਾਜ ਲਵਾ ਰਹੇ ਹਨ। ਮਨ ਚਿਤ ਬਿਰਤੀ ਦੀ ਇਕਾਗਰਤਾ ਨਾਲ, ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਗੁਰਬਾਣੀ ਦੇ ਅਰਥ ਆਪਾਂ ਸੁਣਨੇ ਆ। ਮਹਾਰਾਜ ਆਪ ਤਰਸ ਕਰਕੇ ਕਥਾ ਕਰਵਾ ਲੈਣ। ਆਪ ਜੀ ਇਸ ਪਾਵਨ ਵਡਿਆਈ ਨੂੰ ਸੁਣਨ ਦਾ ਯਤਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਨਾਨਕ ਕਾਲੇ ਸਭ ਦਿਵਸ ਸਾਸ, ਨਹ ਬੜਨ ਘਟਨ ਤਿਲ ਸਾਰ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 254 ਅੰਗ ਉੱਪਰ ਦੇ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹਨ।
ਇਸ ਪਾਵਨ ਸ਼ਲੋਕ ਦੇ ਅੰਦਰ ਮਹਾਰਾਜ ਮਹਾਨ ਤਰਸ ਕਰਕੇ ਸਾਡੀ ਜ਼ਿੰਦਗੀ ਦਾ ਅਸਲ ਸਾਰ ਸਾਨੂੰ ਦੱਸ ਰਹੇ ਹਨ। ਜਿੰਨੇ ਵੀ ਤੁਸੀਂ ਬੈਠੇ ਹੋਏ ਹੋ ਮੇਰੇ ਸਮੇਤ, ਜਾਂ ਸੰਸਾਰ ਵੱਲ ਨਜ਼ਰ ਮਾਰ ਲਈਏ, ਹਰ ਇੱਕ ਦੇ ਮਨ ਦੀ ਇਹ ਇੱਛਾ ਹੈ ਮੈਂ ਸੁਖੀ ਰਵਾਂ। ਕਿਸੇ ਤਰ੍ਹਾਂ ਦੀ ਤੰਗੀ, ਕਿਸੇ ਤਰ੍ਹਾਂ ਦੀ ਤਕਲੀਫ, ਦੁੱਖ ਮੇਰੇ ਜੀਵਨ ਵਿੱਚ ਬਿਲਕੁਲ ਨਾ ਆਵੇ ਔਰ ਲੰਮਾ ਸਮਾਂ ਜੀਵਾਂ, ਮੈਂ ਉਮਰ ਹੰਢਾਵਾਂ, ਕਦੇ ਮੌਤ ਹੀ ਨਾ ਆਵੇ, ਕਦੇ ਮਰਾਂ ਹੀ ਨਾ। ਸੰਸਾਰ ਦੇ ਅੰਦਰ ਕਈ ਵਾਰੀ ਜਵਾਨੀ ਭਰ ਰਹੀ ਹੁੰਦੀ ਹੈ, ਪਰ ਸਰੀਰ ਵਿੱਚੋਂ ਅਚਾਨਕ ਸਵਾਸ ਨਿਕਲ ਜਾਂਦੇ ਹਨ। ਸਾਰਾ ਟੱਬਰ ਬਹੁਤ ਰੋਂਦਾ, ਬੜਾ ਦੁਖੀ ਹੁੰਦਾ ਹੈ, ਮਾਂ-ਬਾਪ ਬਹੁਤ ਤਕਲੀਫ ਵਿੱਚ ਹੋ ਜਾਂਦੇ ਐ, ਬਿਰਲਾਪ ਕਰਦੇ ਐ ਲੋਕ, ਦੁੱਖ ਦੇ ਗ੍ਰਸੇ ਹੋਏ ਫਿਰ ਰੱਬ ਨਾਲ ਲੜਾਈਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਔਰ ਇਹ ਸੱਚ ਹੈ, ਅਕਸਰ ਇਹ ਹੁੰਦਾ ਹੈ, ਕਹਿਣਾ ਔਰ ਕਰਨਾ ਬਹੁਤ ਫਰਕ ਹੁੰਦਾ। ਕਹਿ ਦੇਣਾ ਵੀ ਭਾਣੇ ਨੂੰ ਮਿੱਠਾ ਕਰਕੇ ਮੰਨੀਏ ਜਾਂ ਮੰਨਣਾ ਚਾਹੀਦਾ, ਇਹ ਕਹਿਣਾ ਸੌਖਾ, ਮੰਨਣਾ ਬਹੁਤ ਔਖਾ ਹੈ। ਜਦੋਂ ਜਵਾਨ ਪੁੱਤਰ ਦੀ ਮੌਤ ਹੁੰਦੀ ਹੈ ਨਾ ਘਰ ਦੇ ਅੰਦਰ, ਫਿਰ ਉਹ ਮਾਂ, ਉਹ ਬਾਪ ਬਿਰਲਾਪ ਕਰਦੇ ਔਰ ਰੱਬ ਨਾਲ ਕਈ ਵਾਰੀ ਝਗੜਾ ਕਰ ਬੈਠਦੇ ਹਨ। ਰੱਬ ਨਾਲ ਝਗੜਾ ਕੀ ਹੈ, ਪਰਮਾਤਮਾ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਐ ਵੀ ਰੱਬਾ ਤੂੰ ਇਹ ਬਹੁਤ ਮਾੜਾ ਕੰਮ ਕੀਤਾ, ਤੂੰ ਚੰਗਾ ਨਹੀਂ ਕੀਤਾ ਹੈ। ਅਸੀਂ ਤੇਰੇ ਨਾਲ ਕੀ, ਤੇਰਾ ਸਾਡੇ ਨਾਲ ਵੈਰ ਹੈ ਜਿਹੜਾ ਤੂੰ ਕੱਢਿਆ। ਜਾਂ ਜਦੋਂ ਕੋਈ ਖਬਰ ਲੈਣ ਆਵੇ, ਮੌਤ ਦੀ ਗੱਲ ਛੱਡ ਦਿਓ, ਜੇ ਸਰੀਰ ਤੇ ਰੋਗ ਆਵੇ ਨਾ, ਕੋਈ ਰੋਗ ਗ੍ਰਸ ਲਵੇ, ਬਿਮਾਰੀ ਲੱਗ ਜਾਵੇ ਤੇ ਥੋੜਾ ਜਿਹਾ ਉਹ ਲੰਮਾ ਚੱਲ ਪਵੇ, ਦਵਾਈ ਦਾਰੂ ਲੈਂਦਿਆਂ ਆਰਾਮ ਨਾ ਆਵੇ ਤੇ ਖਬਰ ਲੈਣ ਆਏ ਹੋਏ ਨੂੰ ਫਿਰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਵੀ ਰੱਬ ਨੇ ਤਾਂ ਸਾਡੇ ਨਾਲ ਕੋਈ ਵੈਰ ਹੀ ਕੱਢਿਆ, ਅਸੀਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਫਿਰ ਵੀ ਇੰਨਾ ਰੋਗ ਹੈ। ਮਰਨ ਤੋਂ ਪਿੱਛੋਂ ਲੋਕ ਇਹ ਸ਼ਬਦ ਵਰਤਦੇ ਐ, ਬੰਦਾ ਬਹੁਤ ਚੰਗਾ, ਬੜੇ ਮਿੱਠੇ ਸੁਭਾਅ ਦਾ ਸੀ, ਕਦੇ ਕਿਸੇ ਨੂੰ ਮਾੜਾ ਨਹੀਂ ਸੀ ਬੋਲਦਾ, ਕਦੇ ਕਿਸੇ ਦਾ ਬੁਰਾ ਨਹੀਂ ਸੀ ਕਰਦਾ। ਰੱਬ ਨੂੰ ਪਤਾ ਨਹੀਂ ਕੀ ਹੋਇਆ, ਇਹਦੇ ਸਵਾਸ ਖਿੱਚ ਲਏ ਹਨ, ਇਹਨੂੰ ਖਤਮ ਕਰ ਦਿੱਤਾ। ਹੁਣ ਇਸ ਗੱਲ ਦੇ ਅੰਦਰ ਜਦੋਂ ਅਸੀਂ ਇਹ ਸ਼ਬਦ ਵਰਤਦੇ ਨਾ ਵੀ ਕਿਸੇ ਦਾ ਮਾੜਾ ਨਹੀਂ ਸੀ ਇਹ ਕਰਦਾ, ਕਿਸੇ ਨੂੰ ਮਾੜਾ ਬੋਲਦਾ ਨਹੀਂ ਸੀ, ਪਰ ਰੱਬ ਨੂੰ ਪਤਾ ਨਹੀਂ ਕੀ ਹੋਇਆ, ਇਹਦੀ ਉਮਰ ਕੱਢ ਲਈ, ਇਹਦੇ ਸਵਾਸ ਕੱਢ ਲਏ ਹਨ। ਉੱਥੇ ਸਾਡੀ ਬੇਸਮਝੀ ਹੈ, ਅਸਲ ਵਿੱਚ ਸਾਨੂੰ ਉੱਥੇ ਸਮਝ ਨਹੀਂ। ਜੇ ਕਿਤੇ ਇਸ ਪੰਕਤੀ ਦੀ ਸਾਰ ਸਮਝ ਸਾਨੂੰ ਹੁੰਦੀ, ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਨ ਤਿਲ ਸਾਰ। ਸਾਨੂੰ ਇਹ ਪਤਾ ਹੁੰਦਾ ਵੀ ਪ੍ਰਮਾਤਮਾ ਨੇ ਜਦੋਂ ਜੀਵ ਨੂੰ ਸੰਸਾਰ ਵਿੱਚ ਭੇਜਿਆ ਹੈ, ਸੰਸਾਰ ਵਿੱਚ ਜਨਮ ਦੇਣ ਤੋਂ ਪਹਿਲਾਂ ਉਹਨੇ ਦੇ ਸਵਾਸਾਂ ਦੀ ਗਿਣਤੀ ਕਰ ਦਿੱਤੀ ਵੀ ਇੰਨੇ ਸਾਹ ਤੂੰ ਲਵੇਂਗਾ ਸੰਸਾਰ ਵਿੱਚ ਜਾ ਕੇ। ਜਿੱਦਣ ਇੰਨੇ ਸਵਾਸ ਪੂਰੇ ਹੋ ਗਏ, ਇੰਨੇ ਦਿਨ ਪੂਰੇ ਹੋ ਗਏ, ਉਸੇ ਦਿਨ ਤੈਨੂੰ ਵਾਪਸ ਆਉਣਾ ਹੀ ਪੈਣਾ ਹੈ। ਸਾਨੂੰ ਇਹ ਪਤਾ ਨਹੀਂ ਸੀ ਵੀ ਇਹ ਕਿੰਨੇ ਸਵਾਸ ਲੈ ਕੇ ਆਇਆ ਹੈ ਜਾਂ ਕਿੰਨੇ ਦਿਨ ਲੈ ਕੇ ਆਇਆ। ਇਸ ਲਈ ਫਿਰ ਅਸੀਂ ਇਹ ਸਮਝ ਲਿਆ ਵੀ ਇਹਨੇ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ, ਰੱਬ ਨੇ ਇਹਨੂੰ ਮਾਰਿਆ ਕਿਉਂ ਹੈ। ਮੈਂ ਬੇਨਤੀ ਕਰਾਂ ਆਪ ਜੀ ਨੂੰ, ਕਈ ਲੋਕ ਬਹੁਤ ਮਾੜੀ ਸੋਚ ਰੱਖਦੇ ਐ ਸੰਸਾਰ ਦੇ ਵਿੱਚ,
ਬਹੁਤ ਬੁਰੀ ਸੋਚ ਦੇ ਮਾਲਕ ਹੋ ਕੇ ਦੂਜਿਆਂ ਦਾ ਬੁਰਾ ਹੀ ਕਰਦੇ ਆ, ਕਦੇ ਕੋਈ ਕੰਮ ਭਲੇ ਵਾਲਾ ਨਹੀਂ ਕਰਦੇ। ਇਹੋ ਜਿਹੇ ਲੋਕ ਵੀ ਹੈਗੇ ਆ ਦੁਨੀਆ ਵਿੱਚ, ਜਿਹੜੇ ਕਿਸੇ ਦਾ ਭਲਾ ਨਹੀਂ ਕਰਕੇ ਰਾਜੀ, ਹਮੇਸ਼ਾ ਬੁਰਾ ਹੀ ਤੱਕਦੇ ਹਨ। ਪਰ ਕਈ ਵਾਰੀ ਬਹੁਤਾ ਬੁਰਾ ਕਰਨ ਵਾਲੇ ਵੀ ਕਿੰਨਾ ਕਿੰਨਾ ਸਮਾਂ ਜੀਂਦੇ ਐ, ਸੁੱਖ ਭੋਗਦੇ ਐ, ਲੰਮੀ ਲੰਮੀ ਉਮਰ ਹੰਢਾ ਜਾਂਦੇ ਹਨ। ਤੇ ਕਈ ਵਾਰੀ ਬਹੁਤਾ ਚੰਗਾ ਕਰਨ ਵਾਲਾ, ਬਹੁਤਾ ਭਲਾ ਕਰਨ ਵਾਲਾ, ਬਹੁਤਾ ਸੱਚਾ ਸੁੱਚਾ ਰਹਿਣ ਵਾਲਾ ਥੋੜਾ ਸਮਾਂ ਹੀ ਜੀਂਦਾ, ਛੇਤੀ ਉਹਦੇ ਸਵਾਸ ਨਿਕਲ ਜਾਂਦੇ ਐ। ਇਥੋਂ ਇਹ ਸਪਸ਼ਟ ਹੋ ਗਿਆ ਵੀ ਮੌਤ ਦਾ ਸੰਬੰਧ ਨਾ ਚੰਗਿਆਈ ਨਾਲ ਨਾ ਬੁਰਿਆਈ ਨਾਲ ਹੈ। ਮੌਤ ਉਦੋਂ ਆਵੇਗੀ ਜਦੋਂ ਤੁਹਾਡੇ ਦਿਨ ਪੂਰੇ ਹੋ ਗਏ, ਜਦੋਂ ਤੁਹਾਡੇ ਸਵਾਸ ਪੂਰੇ ਹੋ ਗਏ। ਮੌਤ ਚੰਗੇ ਕਰਮਾਂ ਕਰਕੇ ਨਹੀਂ ਆਉਂਦੀ ਜਾਂ ਮਾੜੇ ਕਰਮਾਂ ਕਰਕੇ ਨਹੀਂ ਆਉਂਦੀ ਹੈ। ਮੌਤ ਉਮਰ ਔਰ ਦਿਨਾਂ ਕਰਕੇ ਆਉਂਦੀ, ਕਿੰਨੇ ਰੱਬ ਨੇ ਦਿੱਤੇ ਹਨ, ਸਮੇਂ ਕਰਕੇ ਆਉਂਦੀ ਹੈ। ਅਸੀਂ ਇਸ ਭੁਲੇਖੇ ਵਿੱਚ ਰਹਿੰਦੇ ਵੀ ਅਜੇ ਦੀ ਉਮਰ ਨਹੀਂ ਸੀ ਜਾਣ ਵਾਲੀ, ਜਵਾਨੀ ਹੋਈ ਹੈ, ਜਵਾਨੀ ਦੇ ਵਿੱਚ ਪੈਰ ਰੱਖਿਆ ਸੀ, ਇਹਦੇ ਸਾਹ ਨਿਕਲ ਗਏ ਹਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਈ ਵਾਰੀ ਮੌਤ ਜਿਹੜੀ ਹੈ ਨਾ ਜਵਾਨੀ ਵੀ ਨਹੀਂ ਚੜਨ ਦਿੰਦੀ ਹੈ। ਮਾਤਾ ਦੇ ਗਰਭ ਦੇ ਵਿੱਚੋਂ ਹੀ ਮੁਰਦਾ ਬੱਚਾ ਪੈਦਾ ਹੁੰਦਾ, ਕਈ ਵਾਰੀ ਇਸ ਤਰ੍ਹਾਂ ਦੀ ਸੰਸਾਰ ਵਿੱਚ ਹੋ ਜਾਂਦੀ ਹੈ। ਇਥੋਂ ਇਹ ਸਿੱਧ ਹੋ ਗਿਆ ਕਾਲ ਸਮਾਂ ਕਿਸੇ ਦੇ ਅਧੀਨ ਨਹੀਂ। ਜਦੋਂ ਆ ਗਿਆ, ਜਦੋਂ ਸਮਾਂ ਪੂਰਾ ਹੋ ਗਿਆ, ਉਹ ਭਾਵੇਂ ਮਾਤਾ ਦੇ ਪੇਟ ਵਿੱਚ ਹੀ ਪੂਰਾ ਹੋ ਜਾਵੇ, ਭਾਵੇਂ ਬਾਹਰ ਨਿਕਲ ਕੇ ਪੂਰਾ ਹੋਵੇ, ਚਾਹੇ ਉਹ 10 ਵਰ੍ਹਿਆਂ ਦੀ ਉਮਰ ਹੋਵੇ, ਚਾਹੇ ਉਹ 100 ਸਾਲ ਦੀ ਉਮਰ ਹੋਵੇ, ਜਦੋਂ ਸਮਾਂ ਪੂਰਾ ਹੋਵੇਗਾ ਉਦੋਂ ਸਵਾਸ ਨਿਕਲਨੇ ਹੀ ਹਨ, ਕੋਈ ਨਹੀਂ ਰੋਕ ਸਕਦਾ। ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ, ਕੋਈ ਹੈ ਸੰਸਾਰ ਅੰਦਰ ਰੱਖਣ ਵਾਲਾ ਕੋਈ ਨਹੀਂ ਹੈ। ਕੋਈ ਨਹੀਂ ਐਸਾ ਬਲਵਾਨ, ਐਸੇ ਬਲ ਵਾਲਾ ਜਿਹੜਾ ਮਰਦੇ ਨੂੰ ਬਚਾਵੇਗਾ, ਨਹੀਂ ਭਾਈ। ਪਰਮੇਸ਼ਰ ਦਾ ਹੁਕਮ ਹੈ, ਉਹਦੀ ਰਜ਼ਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾ ਇਸ ਤਰ੍ਹਾਂ ਹੀ ਦਰਬਾਰ ਸਜਦਾ, ਜਿਵੇਂ ਆਪ ਜੀ ਸਜੇ ਬੈਠੇ ਇਸ ਤਰ੍ਹਾਂ ਸੰਗਤ ਬਹਿੰਦੀ। ਜਿਵੇਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੁਭਾਏਮਾਨ ਨੇ, ਵੇ ਮਹਾਰਾਜ ਆਸਨ ਤੇ ਸੁਭਾਏਮਾਨ ਤਖਤ ਦੇ ਮਾਲਕ ਸਤਿਗੁਰੂ ਸੰਗਤ ਨੂੰ ਦਰਸ਼ਨ ਦੇ ਰਹੇ ਸਨ। ਬੜੀਆਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ, ਮਹਾਰਾਜ ਜੀ ਦੇ ਚਰਨ ਪਰਸਦੀਆਂ। ਸੰਗਤ ਵਿੱਚ ਇੱਕ ਛੋਟੀ ਜਿਹੀ ਉਮਰ ਦਾ ਬੱਚਾ, ਮੈਂ ਟੂਕ ਮਾਤਰੀ ਸਾਖੀ ਦੀ ਬੇਨਤੀ ਕਰਕੇ ਉਦਾਹਰਨ ਰੂਪ ਵਿੱਚ ਆਪ ਜੀ ਨੂੰ ਅੱਗੇ ਕਥਾ ਤੋਰਦੇ ਹਾਂ। ਉਹਨੇ ਮਹਾਰਾਜ ਜੀ ਦੀ ਸੰਗਤ ਵਿੱਚ ਆਉਣਾ, ਦਰਸ਼ਨ ਕਰਨੇ ਔਰ ਪਿੱਛੇ ਜਾ ਕੇ ਦੋਵੇਂ ਹੱਥ ਜੋੜ ਕੇ ਖੜ ਜਾਣਾ, ਬਹਿਣਾ ਨਾ ਸੰਗਤ ਵਿੱਚ। ਖੜ ਕੇ ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ, ਸਾਰੀ ਸੰਗਤ ਸਤ ਸੰਗਤ ਜਿੰਨਾ ਚਿਰ ਦੀਵਾਨ ਸਜਣਾ, ਖੜੇ ਰਹਿਣਾ, ਬਹਿਣਾ ਨਾ। ਸਿੱਖਾਂ ਨੇ ਮਹਾਰਾਜ ਨੂੰ ਕਿਹਾ ਵੀ ਸਤਿਗੁਰੂ ਇਹ ਸਾਰੀ ਸੰਗਤ ਬੈਠੀ ਹੁੰਦੀ, ਇਹ ਬੱਚਾ ਹੈ ਛੋਟੀ ਉਮਰ ਦਾ। ਮਹਾਰਾਜ ਇਹ ਸੰਗਤ ਵਿੱਚ ਅਸੀਂ ਰੋਜ਼ ਹੀ ਵੇਖਦੇ, ਬਹਿੰਦਾ ਨਹੀਂ, ਖੜਾ ਹੋ ਕੇ ਖਲੋ ਕੇ ਸਾਰਾ ਸਤ ਸੰਗਤ ਕਰਦਾ, ਸਾਰਾ ਦੀਵਾਨ ਸੁਣਦਾ, ਇਹਦਾ ਕਾਰਨ ਕੀ ਹੋ ਸਕਦਾ? ਸਤਿਗੁਰੂ ਮਹਾਰਾਜ ਕਹਿੰਦੇ ਵੀ ਇਹਨੂੰ ਹੀ ਪੁੱਛਦੇ ਹਾਂ। ਬੱਚੇ ਨੂੰ ਆਵਾਜ਼ ਦੇ ਕੇ ਸੱਦਿਆ, ਬੁਲਾਇਆ। ਕਹਿੰਦੇ ਭਾਈ ਸਾਡੇ ਸਿੱਖਾਂ ਦੇ ਮਨ ਵਿੱਚ ਇਹ ਸਵਾਲ ਹੈ, ਸੰਗਤ ਇਹ ਪੁੱਛਦੀ ਹੈ ਵੀ ਸਾਰੀ ਸੰਗਤ ਬੈਠੀ ਹੁੰਦੀ, ਤੂੰ ਸਾਰਾ ਦੀਵਾਨ ਖਲੋ ਕੇ ਕਥਾ ਕੀਰਤਨ ਸੁਣਦਾ, ਤੂੰ ਬਹਿੰਦਾ ਕਿਉਂ ਨਹੀਂ? ਬਹਿਣ ਦਾ ਤੇ ਖਲੋਣ ਦਾ ਕਾਰਨ ਕੀ ਹੈ? ਉਹਦਾ ਜਵਾਬ ਬੜਾ ਸੋਹਣਾ ਸੀ। ਕਹਿੰਦਾ ਮਹਾਰਾਜ ਮੇਰੀ ਮਾਂ ਔਰ ਮੈਂ ਘਰ ਵਿੱਚ ਰਹਿੰਦੇ ਹਾਂ, ਮੇਰੀ ਮਾਤਾ ਨੇ ਕਿਤੇ ਕੰਮ ਜਾਣਾ ਸੀ। ਮੈਨੂੰ ਕਹਿੰਦੇ ਵੀ ਦਵਾ ਦਵ ਚੁੱਲ੍ਹੇ ਅੱਗ ਬਾਲ, ਮੈਂ ਤੈਨੂੰ 2 ਪ੍ਰਸ਼ਾਦੇ ਲਾ ਕੇ ਬਣਾ ਕੇ ਦੇ ਕੇ ਛੇਤੀ ਕੰਮ ਨੂੰ ਚਲੀ ਜਾਵਾਂ।
ਮੈਂ ਅੱਗ ਬਾਲਣ ਲੱਗ ਪਿਆ, ਮਾਤਾ ਹੋਰ ਕੰਮ ਕਰਨ ਲੱਗ ਪਈ। ਕਹਿੰਦਾ ਮੈਂ ਜ਼ੋਰ ਲਾ ਲਿਆ, ਮੇਰੇ ਤੋਂ ਅੱਗ ਨਹੀਂ ਬਲੀ। ਵੱਡੀਆਂ ਲੱਕੜਾਂ ਲਾ ਕੇ ਮੈਂ ਅੱਗ ਬਾਲਾਂ, ਅੱਗ ਬਲੇ ਨਾ। ਕਹਿੰਦਾ ਮਾਂ ਆਈ ਤੇ ਮਾਂ ਨੇ ਆ ਕੇ ਨਾ ਨਿੱਕੀਆਂ ਨਿੱਕੀਆਂ ਝਾਂਬੜੀਆਂ, ਛੋਟੀਆਂ ਛੋਟੀਆਂ ਲੱਕੜਾਂ, ਟਾਹਣੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ, ਕਹਿੰਦੇ ਉਹ ਆਂਦਾ ਉਹ ਚੂਰਾ ਬਣਾ ਕੇ ਨਿੱਕੀ ਨਿੱਕੀ ਝਾਂਬੜੀ ਜਿਹੀ ਲਾ ਕੇ ਅੱਗ ਬਾਲੀ ਤੇ ਅੱਗ ਦਵਾ ਦਾ ਬਲ ਪਈ। ਮੇਰੇ ਮਨ ਵਿੱਚ ਮਾਤਾ ਨੇ ਕਿਹਾ ਜ਼ਰੂਰੀ ਨਹੀਂ ਵੀ ਵੱਡੀਆਂ ਲੱਕੜਾਂ ਨੂੰ ਅੱਗ ਲੱਗੇਗੀ, ਪਹਿਲਾਂ ਛੋਟੀਆਂ ਨੂੰ ਲੱਗ ਜਾਂਦੀ ਹੈ। ਕਹਿੰਦਾ ਮਨ ਵਿੱਚ ਸੱਟ ਵੱਜੀ ਵੀ ਮੌਤ ਦੀ ਅੱਗ ਵੀ ਜ਼ਰੂਰੀ ਨਹੀਂ ਵੀ 60 ਸਾਲਾਂ ਦਾ ਹੋ ਕੇ ਹੀ ਮਰਨਾ ਹੈ। ਹੋ ਸਕਦਾ ਮਾਂ ਦੇ ਗਰਭ ਵਿੱਚ ਹੀ ਮੌਤ ਆ ਜਾਵੇ, ਹੋ ਸਕਦਾ 5 ਵਰ੍ਹਿਆਂ ਦੇ ਬੱਚੇ ਨੂੰ ਮੌਤ ਆ ਜਾਵੇ। ਮੌਤ ਕਿਸੇ ਦੇ ਅਧੀਨ ਨਹੀਂ, ਸਮਾਂ ਆ ਗਿਆ ਤਾਂ ਆ ਜਾਵੇਗੀ। ਇਸ ਕਰਕੇ ਜੇ ਮੈਂ ਇੱਥੇ ਬੈਠ ਗਿਆ, ਬੱਚਾ ਹਾਂ, ਉਮਰ ਥੋੜੀ ਹੈ, ਕਿਤੇ ਨੀਂਦ ਨੇ ਝੋਕਾ ਲਾ ਦਿੱਤਾ ਤੇ ਤੁਹਾਡੇ ਪਾਕ ਬਚਨ ਸੁਣਨ ਤੋਂ ਮੇਰੇ ਕੰਨ ਵਿਅਰਥ ਰਹਿ ਜਾਣਗੇ, ਸੁਣੇ ਨਹੀਂ ਜਾਣਗੇ, ਸਮਝ ਨਹੀਂ ਆਵੇਗੀ। ਇਸ ਲਈ ਖੜ ਕੇ ਸਤ ਸੰਗਤ ਕਰਦਾ ਹਾਂ ਵੀ ਜੇ ਨੀਂਦ ਵੀ ਆਈ ਤੇ ਸੌਵਾਂਗਾ ਨਾ। ਮਹਾਰਾਜ ਨੇ ਸਾਰੀ ਸੰਗਤ ਨੂੰ ਇਹ ਉਹਦੇ ਬਚਨ ਸੁਣਾਏ, ਉਪਦੇਸ਼ ਦਿੱਤਾ। ਸਤਿਗੁਰੂ ਕਹਿੰਦੇ ਭਾਈ ਸਿੱਖੋ ਐਵੇਂ ਸੁਚੇਤ ਰਿਹਾ ਕਰੋ ਜੀਵਨ ਵਿੱਚ। ਕੌਤਕ ਸ੍ਰੀ ਗੁਰੂ ਨਾਨਕ ਸਾਹਿਬ ਦਾ ਸਮਝਾਉਣ ਦੇ ਲਈ। ਗੁਰਸਿੱਖੋ ਇਹ ਖਿਆਲ ਆਪਣੇ ਮਨਾਂ ਵਿੱਚ ਸਦਾ ਲਈ ਬਿਠਾ ਲਈਏ, ਮੌਤ ਬੁੱਢੇ ਹੋਣ ਤੇ ਨਹੀਂ ਆਉਂਦੀ। ਅੰਮ੍ਰਿਤ ਛਕਣ ਨੂੰ ਕਹੀਏ ਨਾ ਤੇ ਕਈ ਵਾਰੀ ਅੱਗੋਂ ਜਵਾਬ ਇਹ ਆ ਜਾਂਦਾ, ਬਾਬਾ ਜੀ ਅਜੇ ਕਿਹੜੀ ਉਮਰ ਹੈ, ਅਜੇ ਖਾਣ ਪੀਣ ਦੇ ਦਿਨ ਨੇ। ਅੰਮ੍ਰਿਤ ਛਕਣਾ ਤੇ ਗੁਰਧਾਮਾਂ ਦੀ ਯਾਤਰਾ ਕਰਨੀ ਬੁੱਢਿਆਂ ਦਾ ਕੰਮ ਹੈ। ਜਦੋਂ ਬੁੱਢੇ ਹੋ ਗਏ ਫਿਰ ਇਸੇ ਕੰਮ ਤੇ ਹੀ ਆ। ਤੇ ਜਰਾ ਉਹਨੂੰ ਸਵਾਲ ਕਰਕੇ ਪੁੱਛਿਆ ਕਰੋ, ਤੈਨੂੰ ਇਹ ਪਤਾ ਹੈ ਵੀ ਤੂੰ ਬੁੱਢਾ ਹੋਵੇਂਗਾ ਕਿ ਨਹੀਂ? ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਜਿੰਨੇ ਆਪ ਜੀ ਸਜੇ ਹੋਏ ਹੋ, ਮੈਂ ਵੀ ਤੁਹਾਡੇ ਵਿੱਚ ਹੀ ਆ। ਸਾਨੂੰ ਕੋਈ ਪੁੱਛ ਲਵੇ ਜਾਂ ਮੈਂ ਤੁਹਾਨੂੰ ਕਵਾਂ ਵੀ ਕੋਈ ਇੱਕ ਜਣਾ ਹੀ ਬਾਹ ਖੜੀ ਕਰਕੇ ਦਾਵਾ ਕਰਕੇ ਕਹੋ ਵੀ ਮੈਂ 40 ਸਾਲ ਹੋਰ ਅਜੇ ਜੀਵਾਂਗਾ, 40 ਛੱਡੋ 4 ਸਾਲ ਹੋਰ ਜੀਵਾਂਗਾ, ਕੋਈ ਹੈ ਜਿਹੜਾ ਦਾਵਾ ਕਰਕੇ ਕਵੇ ਮੈਂ ਜੀ ਸਕਦਾ, ਮੈਂ ਰਹਿਣਾ ਹੈ? ਨਹੀਂ।